गुड मॉर्निंग स्टूडेंट्स, हाउ आर यू। सो ਅੱਜ ਅਸੀਂ 10ਵੀਂ ਜਮਾਤ ਦਾ ਨਾਗਰਿਕ ਸ਼ਾਸਤਰ ਦਾ ਪਾਠ ਨੰਬਰ 10 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਇਸ ਨੂੰ ਅੱਗੇ ਕੰਟੀਨਿਊ ਕਰਾਂਗੇ। ਕੱਲ ਅਸੀਂ ਇਹ ਸ਼ੁਰੂ ਕੀਤਾ ਸੀ। ਤੁਹਾਨੂੰ ਪਤਾ ਹੀ ਹੈ ਕਿ ਭਾਰਤ ਦਾ ਜਿਹੜਾ ਸੰਵਿਧਾਨ ਹੈ ਇਸ ਨੂੰ ਬਣਾਉਣ ਦਾ ਕੰਮ ਸੰਵਿਧਾਨ ਸਭਾ ਨੇ ਕੀਤਾ ਸੀ ਅਤੇ ਸੰਵਿਧਾਨ ਸਭਾ ਦੇ ਸਭਾਪਤੀ ਡਾਕਟਰ ਰਾਜਿੰਦਰ ਪ੍ਰਸਾਦ ਜੀ ਸਨ, ਜਿਹੜੇ ਕਿ ਬਾਅਦ ਵਿੱਚ ਸੁਤੰਤਰ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ। ਅਤੇ ਡਾਕਟਰ BR ਅੰਬੇਡਕਰ ਜੀ ਡਰਾਫਟ ਕਮੇਟੀ ਦੇ ਚੇਅਰਮੈਨ ਸਨ, ਜਿਨ੍ਹਾਂ ਨੇ ਸੰਵਿਧਾਨ ਨੂੰ ਤਿਆਰ ਕਰਨ ਦਾ ਅਲਟੀਮੇਟਲੀ ਕੰਮ ਪੂਰਾ ਕੀਤਾ। ਸੋ ਅਸੀਂ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਨੂੰ ਡਿਸਕਸ ਕਰਦੇ ਹਾਂ ਅੱਗੇ। ਅਗਲੀ ਵਿਸ਼ੇਸ਼ਤਾ ਹੈ ਕਿ ਬਾਲਗ ਮਤਾਧਿਕਾਰ ਅਤੇ ਪ੍ਰਭੂਸੱਤਾ ਲੋਕਾਂ ਕੋਲ। ਭਾਰਤ ਦੇ ਵਿੱਚ ਭਾਰਤ ਵਾਸੀਆਂ ਨੂੰ, ਹਰੇਕ ਭਾਰਤ ਵਾਸੀ, ਚਾਹੇ ਉਹ ਪੁਰਸ਼ ਹੈ ਜਾਂ ਇਸਤਰੀ ਹੈ, ਚਾਹੇ ਉਹ ਕਿਸੇ ਵੀ ਧਰਮ, ਜਾਤ ਜਾਂ ਖੇਤਰ ਨੂੰ ਬਿਲੋਂਗ ਕਰਦਾ ਹੈ, ਜਿਹਦੀ ਉਮਰ 18 ਸਾਲ ਹੋ ਚੁੱਕੀ ਹੈ, ਯਾਨੀ ਕਿ ਜੋ ਬਾਲਗ ਹੋ ਚੁੱਕਾ ਹੈ, ਉਸ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਪ੍ਰਭੂਸੱਤਾ ਲੋਕਾਂ ਦੇ ਕੋਲ ਹੈ, ਯਾਨੀ ਕਿ ਪ੍ਰਭੂਸੱਤਾ ਦੇਸ਼ ਦੀ ਸ਼ਕਤੀ, ਅਸਲ ਸ਼ਕਤੀ ਲੋਕਾਂ ਦੇ ਕੋਲ ਹੈ। ਅਸੀਂ ਵੋਟਾਂ ਪਾ ਕੇ ਆਪਣੇ ਨੁਮਾਇੰਦਿਆਂ ਨੂੰ ਚੁਣਦੇ ਹਾਂ, ਨੁਮਾਇੰਦੇ ਸਰਕਾਰ ਬਣਾਉਂਦੇ ਹਨ, ਲੇਕਿਨ ਉਹ ਸਰਕਾਰਾਂ ਜਨਤਾ ਦੇ ਪ੍ਰਤੀ ਜਵਾਬਦੇਹ ਹਨ। ਉਹ ਨੁਮਾਇੰਦੇ ਲੋਕਾਂ ਪ੍ਰਤੀ ਜਵਾਬਦੇਹ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਪ੍ਰਭੂਸੱਤਾ ਲੋਕਾਂ ਦੇ ਕੋਲ ਹੈ। ਇਹਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਭਾਰਤ ਵਾਸੀ, ਹਰ ਇੱਕ ਬਾਲਗ ਆਪਣੇ ਮਤ ਅਧਿਕਾਰ ਦੀ ਵਰਤੋਂ ਕਰਦਾ ਹੈ ਸਰਕਾਰ ਦਾ ਨਿਰਮਾਣ ਕਰਨ ਲਈ। ਅਗਲੀ ਵਿਸ਼ੇਸ਼ਤਾ ਹੈ ਬੇਟਾ ਮੌਲਿਕ ਅਧਿਕਾਰ ਅਤੇ ਰਾਜ ਦੀ ਨਿਰਦੇਸ਼ਕ ਸਿਧਾਂਤ। ਭਾਰਤ ਦੇ ਸੰਵਿਧਾਨ ਦੇ ਅਨੁਸਾਰ ਭਾਰਤ ਵਾਸੀਆਂ ਨੂੰ 6 ਮੌਲਿਕ ਅਧਿਕਾਰ ਦਿੱਤੇ ਗਏ ਹਨ। ਇਹ ਸੰਵਿਧਾਨ ਦੇ ਤੀਸਰੇ ਅਧਿਆਏ ਦੇ ਵਿੱਚ ਦਰਜ ਹਨ। ਇਹਨਾਂ ਵਿੱਚੋਂ ਪ੍ਰਮੁੱਖ ਕਿਹੜੇ ਨੇ? ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਕੋਈ ਵੀ ਧਰਮ ਅਪਣਾਉਣ ਦਾ ਅਧਿਕਾਰ, ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਸੱਭਿਆਚਾਰਕ ਅਤੇ ਸਿੱਖਿਆ ਦਾ ਅਧਿਕਾਰ ਅਤੇ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਇਹਨਾਂ ਸਭ ਤੋਂ ਇਲਾਵਾ ਸੰਵਿਧਾਨ ਦੇ ਚੌਥੇ ਅਧਿਆਏ ਦੇ ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਵੀ ਸ਼ਾਮਿਲ ਕੀਤੇ ਗਏ ਹਨ। ਹਾਲਾਂਕਿ ਇਹਨਾਂ ਨਿਰਦੇਸ਼ਕ ਸਿਧਾਂਤਾਂ ਦੇ ਪਿੱਛੇ ਨਿਆਇਕ ਸ਼ਕਤੀ ਨਹੀਂ ਹੁੰਦੀ, ਲੇਕਿਨ ਜਦੋਂ ਵੀ ਕੋਈ ਸਰਕਾਰ, ਭਾਵੇਂ ਉਹ ਕੇਂਦਰ ਸਰਕਾਰ ਹੈ ਜਾਂ ਰਾਜ ਸਰਕਾਰ ਹੈ, ਕੋਈ ਵੀ ਕਾਨੂੰਨ ਬਣਾਉਂਦੀ ਹੈ ਤਾਂ ਇਹਨਾਂ ਨਿਰਦੇਸ਼ਕ ਸਿਧਾਂਤਾਂ ਦੇ ਅਨੁਸਾਰ ਹੀ ਬਣਾਉਂਦੀ ਹੈ। ਅਗਲੀ ਵਿਸ਼ੇਸ਼ਤਾ ਹੈ ਭਾਰਤੀ ਸੰਵਿਧਾਨ ਦੀ ਮੌਲਿਕ ਕਰਤੱਵ। ਭਾਰਤੀ ਸੰਵਿਧਾਨ ਦੇ ਵਿੱਚ ਨਾਗਰਿਕਾਂ ਨੂੰ ਜਿੱਥੇ ਅਧਿਕਾਰ ਦਿੱਤੇ ਗਏ ਹਨ, ਉੱਥੇ ਉਹਨਾਂ ਨੂੰ ਕੁਝ ਮੌਲਿਕ ਕਰਤੱਵਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਮੌਲਿਕ ਕਰਤੱਵ ਮੌਲਿਕ ਰੂਪ ਵਿੱਚ ਸੰਵਿਧਾਨ ਵਿੱਚ ਦਰਜ ਨਹੀਂ ਸਨ, ਲੇਕਿਨ 42ਵੀਂ ਸੋਧ ਦੇ ਦੁਆਰਾ 1976 ਦੇ ਵਿੱਚ ਇੱਕ ਨਵਾਂ ਅਧਿਆਏ 4 ਨੰਬਰ A ਤੇ 51A ਐਡ ਕੀਤਾ ਗਿਆ ਸੀ। ਇਸ ਦੇ ਅਨੁਸਾਰ ਹਰੇਕ ਭਾਰਤ ਵਾਸੀ ਕੁਝ ਮੌਲਿਕ ਕਰਤੱਵਾਂ ਦੀ ਪਾਲਣਾ ਕਰੇਗਾ। 86ਵੀਂ ਸੋਧ ਦੇ ਅਨੁਸਾਰ ਇੱਕ ਨਵਾਂ ਕਰਤੱਵ ਵੀ ਐਡ ਕੀਤਾ ਗਿਆ। ਤੋ ਨੈਕਸਟ ਵਿਸ਼ੇਸ਼ਤਾ ਜਿਹੜੀ ਹੈ ਉਹ ਹੈ ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ। ਭਾਰਤ ਦੇ ਵਿੱਚ ਰਾਸ਼ਟਰਪਤੀ ਇੱਕ ਮਹੱਤਵਪੂਰਨ ਅਹੁਦਾ ਹੈ, ਜਿਹੜਾ ਦੇਸ਼ ਦਾ ਸੰਵਿਧਾਨਿਕ ਮੁਖੀ ਹੁੰਦਾ ਹੈ। ਉਹ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਕੰਮ ਚਲਾਉਂਦਾ ਹੈ, ਸ਼ਾਸਨ ਪ੍ਰਬੰਧ ਚਲਾਉਂਦਾ ਹੈ। ਉਸ ਦੇ ਕੋਲ 3 ਖਾਸ ਸੰਕਟਕਾਲੀਨ ਸ਼ਕਤੀਆਂ ਹੁੰਦੀਆਂ ਹਨ। ਸੰਕਟਕਾਲ ਸ਼ਬਦ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਜਦੋਂ ਭਾਰਤ ਵਿੱਚ ਐਸੀ ਸਥਿਤੀ ਪੈਦਾ ਹੋ ਜਾਵੇ, ਸੰਕਟਮਈ ਸਥਿਤੀ ਪੈਦਾ ਹੋ ਜਾਵੇ ਕਿ ਭਾਰਤ ਦੇ ਵਿੱਚ ਰਾਸ਼ਟਰਪਤੀ ਨੂੰ ਖਾਸ ਸ਼ਕਤੀਆਂ ਦੀ ਵਰਤੋਂ ਕਰਨੀ ਪਵੇ। ਅਤੇ ਇਹ ਸੰਕਟ 3 ਤਰ੍ਹਾਂ ਦੇ ਹੋ ਸਕਦੇ ਨੇ। ਇੱਕ ਹੁੰਦਾ ਰਾਸ਼ਟਰੀ ਸੰਕਟ, ਇੱਕ ਹੁੰਦਾ ਰਾਜ ਦਾ ਸੰਵਿਧਾਨਿਕ ਸੰਕਟ, ਅਤੇ ਤੀਸਰਾ ਵਿੱਤੀ ਸੰਕਟ। ਸੋ ਇਹਨਾਂ 3 ਪਰਿਸਥਿਤੀਆਂ ਦੇ ਵਿੱਚ ਰਾਸ਼ਟਰਪਤੀ ਨੂੰ ਅਧਿਕਾਰ ਹੈ ਕਿ ਉਹਨਾਂ ਵਿਸ਼ੇਸ਼ ਸ਼ਕਤੀਆਂ ਦੀ ਵਰਤੋਂ ਕਰੇ। ਸੰਕਟ ਕਾਲਾਂ ਦੇ ਦੌਰਾਨ ਨਾਗਰਿਕਾਂ ਦੇ ਅਧਿਕਾਰ, ਕੋਈ ਇੱਕ ਅਧਿਕਾਰ ਜਾਂ ਸਾਰੇ ਹੀ ਅਧਿਕਾਰ ਉਹਨਾਂ ਕੋਲ ਖੋਏ ਜਾ ਸਕਦੇ ਹਨ, ਜਿੰਨਾ ਚਿਰ ਕਿ ਰਾਸ਼ਟਰੀ ਸੰਕਟ ਜਾਂ ਸੰਵਿਧਾਨਿਕ ਸੰਕਟ ਦੂਰ ਨਹੀਂ ਹੁੰਦਾ। ਰਾਸ਼ਟਰੀ ਸੰਕਟ ਕਦੋਂ ਆ ਸਕਦਾ ਹੈ? ਜਦੋਂ ਕਿਸੇ ਦੂਸਰੇ ਦੇਸ਼ ਦਾ ਹਮਲਾ ਹੋ ਜਾਵੇ ਜਾਂ ਕੋਈ ਅੰਦਰੂਨੀ ਬਗਾਵਤ ਹੋ ਜਾਵੇ, ਤਾਂ ਇਸ ਸਮੇਂ ਦੇਸ਼ ਦੇ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਮੱਸਿਆ ਖੜੀ ਹੋ ਜਾਵੇ, ਤਾਂ ਉਸ ਨੂੰ ਨਜਿੱਠਣ ਵਾਸਤੇ
ਰਾਸ਼ਟਰੀ ਸੰਕਟ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ ਜੇਕਰ ਕਿਸੇ ਰਾਜ ਦਾ ਗਵਰਨਰ ਰਾਸ਼ਟਰਪਤੀ ਨੂੰ ਰਿਪੋਰਟ ਦਿੰਦਾ ਹੈ, ਕੇਂਦਰ ਨੂੰ ਰਿਪੋਰਟ ਦਿੰਦਾ ਹੈ ਕਿ ਰਾਜ ਵਿੱਚ ਸੰਵਿਧਾਨਿਕ ਮਸ਼ੀਨਰੀ ਫੇਲ ਹੋ ਗਈ ਹੈ, ਤਾਂ ਰਾਸ਼ਟਰਪਤੀ ਉੱਥੇ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਂਦਾ ਹੈ। ਅਤੇ ਤੀਸਰਾ ਵਿੱਤੀ ਸੰਕਟ ਹੈ, ਜਦੋਂ ਅਰਥ ਵਿਵਸਥਾ ਡਗਮਗਾ ਜਾਂਦੀ ਹੈ ਤਾਂ ਉਸ ਨੂੰ ਸਟੇਬਲ ਕਰਨ ਲਈ, ਉਸ ਨੂੰ ਸਥਿਰ ਕਰਨ ਲਈ ਰਾਸ਼ਟਰਪਤੀ ਆਪਣੀ ਤੀਸਰੀ ਵਿੱਤੀ ਰਾਸ਼ਟਰੀ ਸੰਕਟਕਾਲੀਨ ਸ਼ਕਤੀ ਦੀ ਵਰਤੋਂ ਕਰਦਾ ਹੈ। ਸੋ ਇਹਨਾਂ ਸ਼ਕਤੀਆਂ ਤੋਂ ਇਲਾਵਾ ਕੁਝ ਵਿਚਿੱਤਰ ਵਿਸ਼ੇਸ਼ਤਾਵਾਂ ਵੀ ਹਨ ਸਾਡੇ ਦੇਸ਼ ਦੇ ਸੰਵਿਧਾਨ ਦੀਆਂ, ਜਿਵੇਂ ਪਹਿਲੀ ਇਹ ਹੈ ਕਿ ਭਾਰਤ ਵਾਸੀਆਂ ਨੂੰ ਇਕਹਿਰੀ ਨਾਗਰਿਕਤਾ ਮਿਲਦੀ ਹੈ। ਅਤੇ ਇਸ ਤੋਂ ਬਾਅਦ ਭਾਰਤ ਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ। ਦਲ ਬਦਲੀ ਦੀ ਮਨਾਹੀ ਹੈ। ਛੂਤ ਛਾਤ ਨੂੰ ਖਤਮ ਕਰ ਦਿੱਤਾ ਗਿਆ ਹੈ। ਸੰਵਿਧਾਨਕ ਮਾਨਤਾ ਤੋਂ ਸਿਰਫ ਜਾਇਦਾਦ ਦਾ ਅਧਿਕਾਰ ਦੇਣਾ। ਕਠੋਰ ਅਤੇ ਲਚਕੀਲੇ ਸੰਵਿਧਾਨ ਦਾ ਮਿਸ਼ਰਣ ਹੈ ਸਾਡੇ ਦੇਸ਼ ਦਾ ਸੰਵਿਧਾਨ। ਕੁਝ ਐਸੀਆਂ ਧਾਰਾਵਾਂ ਨੇ ਜਿਨ੍ਹਾਂ ਨੂੰ ਬੜੀ ਆਸਾਨੀ ਨਾਲ ਅਸੀਂ ਬਦਲ ਲੈਂਦੇ ਹਾਂ ਸਧਾਰਨ ਬਹੁਮਤ ਨਾਲ, ਲੇਕਿਨ ਕੁਝ ਕਾਨੂੰਨ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਪਾਸ ਕਰਨ ਲਈ 2/3 ਬਹੁਮਤ ਦੀ ਲੋੜ ਹੁੰਦੀ ਹੈ, ਉਸ ਨੂੰ ਕਠੋਰ ਕਿਹਾ ਜਾਂਦਾ ਹੈ। ਤਾਂ ਇਸ ਤਰ੍ਹਾਂ ਸੰਵਿਧਾਨ ਦੇ ਵਿੱਚ ਕਠੋਰ ਅਤੇ ਲਚਕੀਲੇ ਦੋਨਾਂ ਦਾ ਮਿਸ਼ਰਣ ਹੈ। ਬੱਚਿਓ, ਅਸੀਂ ਅਭਿਆਸ ਕਰਦੇ ਹਾਂ। ਪ੍ਰਸ਼ਨ ਨੰਬਰ 1 ਹੈ ਕਿ ਭਾਰਤ ਵਿੱਚ ਘੱਟੋ ਘੱਟ ਕਿੰਨੇ ਸਾਲ ਦੇ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਸੋ ਪਹਿਲਾਂ ਰਾਜੀਵ ਗਾਂਧੀ ਦੇ ਸਮੇਂ 21 ਸਾਲ ਤੱਕ ਦੇ ਵਿਅਕਤੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਸੀ, ਲੇਕਿਨ ਉਸ ਵਿੱਚ ਸੋਧ ਕਰ ਦਿੱਤੀ ਗਈ। ਤੋ ਰਾਜੀਵ ਗਾਂਧੀ ਜੀ ਨੇ ਉਸ ਟਾਈਮ ਇਸ ਨੂੰ 18 ਸਾਲ ਕਿ ਹਰੇਕ ਬਾਲਗ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ ਗਿਆ। ਸੋ 18 ਸਾਲ ਦੇ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੈ। ਭਾਰਤੀ ਸੰਵਿਧਾਨ ਵਿੱਚ ਰਾਸ਼ਟਰਪਤੀ ਨੂੰ ਕਿਹੜੀਆਂ ਸ਼ਕਤੀਆਂ ਦਿੱਤੀਆਂ ਗਈਆਂ? ਸੋ ਉਸ ਨੂੰ 3 ਸ਼ਕਤੀਆਂ ਦਿੱਤੀਆਂ ਗਈਆਂ ਸੰਕਟ ਕਾਲ ਦੇ ਅਨੁਸਾਰ। ਰਾਸ਼ਟਰੀ ਸੰਕਟ ਦੇ ਸਮੇਂ, ਰਾਜ ਦੇ ਵਿੱਚ ਸੰਵਿਧਾਨਿਕ ਸੰਕਟ ਦੇ ਸਮੇਂ ਅਤੇ ਤੀਜਾ ਵਿੱਤੀ ਸੰਕਟ ਸਮੇਂ। ਇਸ ਤੋਂ ਬਾਅਦ ਬਹੁ ਵਿਕਲਪੀ ਪ੍ਰਸ਼ਨ ਦੇਖਦੇ ਹਾਂ। ਸਰਕਾਰ ਦੇ ਨੁਮਾਇੰਦੇ ਜਵਾਬਦੇਹ ਹੁੰਦੇ ਹਨ। ਕਿਸ ਦੇ ਪ੍ਰਤੀ ਹੁੰਦੇ ਹਨ? ਲੋਕਾਂ ਦੇ ਪ੍ਰਤੀ, ਕਿਉਂਕਿ ਪ੍ਰਭੂ ਸੱਤਾ ਲੋਕਾਂ ਦੇ ਕੋਲ ਹੁੰਦੀ ਹੈ। ਖਾਲੀ ਥਾਵਾਂ ਭਰੋ। ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਖੇਤਰੀ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ? 22 ਭਾਸ਼ਾਵਾਂ ਨੂੰ ਸੰਵਿਧਾਨ ਦੇ ਅਨੁਸਾਰ ਮਾਨਤਾ ਦਿੱਤੀ ਗਈ ਹੈ। ਭਾਰਤ ਦਾ ਸੰਵਿਧਾਨ ਭਾਰਤ ਦੇ ਨਾਗਰਿਕਾਂ ਨੂੰ ਇਕਹਿਰੀ ਨਾਗਰਿਕਤਾ ਪ੍ਰਦਾਨ ਕਰਦਾ ਹੈ। ਸੋ ਡੀਅਰ ਸਟੂਡੈਂਟਸ, I think the concept is clear. Now you are supposed to write the answers and questions on your notebooks, and you are expected to send screenshots of the exercise or the pictures of exercise which you have solved on your notebooks to your concerned teachers. So I am very much thankful to Jaswinder Singh ji, BM ਸਾਹਿਬ ਕਪੂਰਥਲਾ ਤੋਂ, ਜਿਨ੍ਹਾਂ ਨੇ ਇਹ ਸਲਾਈਡ ਤਿਆਰ ਕੀਤੀ ਅਤੇ ਵਿਦਿਆਰਥੀਆਂ ਨੂੰ ਇਹ ਪਾਠ ਸਮਝਾਉਣ ਵਿੱਚ ਸਾਡੀ ਸਹਾਇਤਾ ਕੀਤੀ। I am also very much thankful to the students. ਧੰਨਵਾਦ ਬੇਟਾ, ਥੈਂਕ ਯੂ।